ਸਤਿ ਸ਼੍ਰੀ ਅਕਾਲ ਜੀ। दैनिक सवेरा टीवी देख रहे हो तुसी। मैं हाँ विनित कपूर और MLA पठान माजरा की गल कर लेना क्योंकि MLA पठान माजरा की जिहड़ी दूजी पत्नी है उसकी तरफों हाई कोर्ट दे विच एक बार फिर तो पटीशन फाइल की गई है। दरअसल पिछले दिनों दे विच गुरी गरेवाल की गल करिए उसके खिलाफ जुलका पुलिस स्टेशन की तरफों एक FIR दर्ज की गई सी जिस दे विच IT एक्ट की धारावां शामिल कीतियां गईयां सी। इसी FIR नूं रद्द करने की मांग की गई है हाई कोर्ट दे विच। उन्हां दे एडवोकेट साडे नाल ने गलबात करने आ। गौरव जी, किस तरह की पटीशन फाइल की है, प्रेयर की है? सर असी जिहड़ा ये परचा दर्ज किया जुलका पुलिस स्टेशन दे विच दर्ज होया, ਇਹਦੇ 'ਚ ਜਿਹੜੇ MLA पठान माजरा ने हरमीत सिंह पठान माजरा वो खुद दरखास्त करता ने ਇਹ ਜਾਣਦੇ ਹੋਏ ਕਿ ਇਹ ਜਿਹੜੀ ਇਹਨਾਂ ਨੇ ਦਰਖਾਸਤ ਦਿੱਤੀ ਤੇ ਜਿਹਦਾ ਪਰਚਾ ਦਰਜ ਕਰਾਇਆ ਉਸੇ ਲੇਡੀ ਵੱਲੋਂ ਉਹਨਾਂ ਦੇ ਉੱਤੇ 376 ਦੇ ਇਲਜ਼ਾਮ ਲਗਾਉਂਦੇ ਹੋਏ ਇੱਕ ਦਰਖਾਸਤ ਪਹਿਲਾਂ ਦਿੱਤੀ ਗਈ ਹੈ। ਹੁਣ ਇਹ ਆਮ ਭਾਸ਼ਾ 'ਚ ਵੀ ਸਮਝ ਆਉਂਦੀ ਹੈ ਗੱਲ ਕਿ ਇਹ ਲੇਡੀ ਨੂੰ ਡਰਾਉਣ ਵਾਸਤੇ ਤੇ ਉਹਨਾਂ ਨੂੰ ਇਹ ਦਬਾਅ ਪਾਉਣ ਵਾਸਤੇ ਕਿ ਰਾਜੀਨਾਮਾ ਕਰ ਲਵੇ ਇਸ ਕੇਸ ਦੇ ਵਿੱਚ ਜਾਂ ਆਪਦੀ ਦਰਖਾਸਤ ਵਾਪਸ ਲੈ ਲੇ, ਉਹਨਾਂ ਨੂੰ ਡਰਾਉਣ ਵਾਸਤੇ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਹੈ। ਜਿਹੜੀਆਂ ਧਾਰਾਵਾਂ ਲਾਈਆਂ ਜੀ ਉਹਦਾ ਕਾਨੂੰਨੀ ਸਟੇਟਸ ਇਹ ਹੈ ਕਿ ਜਿਹੜੀਆਂ ਅਸੀਂ ਜਦੋਂ FIR ਪੜ੍ਹਦੇ ਹਾਂ ਤੇ ਉਹਨਾਂ ਦੀ ਪੜ੍ਹਨ ਤੋਂ ਇਹ ਪਤਾ ਚੱਲਦਾ ਹੈ ਕਿ ਵੀ ਇਹ ਧਾਰਾਵਾਂ ਜਿਹੜੀਆਂ ਨੇ ਹੁਣ ਮੇਡ ਆਊਟ ਨਹੀਂ ਹੁੰਦੀਆਂ, ਉਹ ਜਿਹੜੀਆਂ ਉਹਦੀਆਂ ਦੀਆਂ ਰਿਕੁਆਇਰਮੈਂਟਸ ਨੇ ਜਿਹੜੀਆਂ ਉਹ ਸੈਕਸ਼ਨਸ ਦੀਆਂ ਉਹ ਪੂਰੀਆਂ ਨਹੀਂ ਹੁੰਦੀਆਂ ਜੀ ਉਹਦੇ ਵਿੱਚ। ਸੈਕਸ਼ਨ ਦੀ ਗੱਲ ਕਰ ਰਹੇ ਹੋ ਲੇਕਿਨ ਉੱਥੇ ਬਾਏ ਨੇਮ ਪਰਚਾ ਦਰਜ ਹੋਇਆ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਜਿਹੜੀ ਕੰਪਲੇਂਟ ਦੀ ਕਾਪੀ ਅਗਰ ਪੜ੍ਹੀਏ ਉਸ ਦੇ ਵਿੱਚ MLA ਜਿਹੜੇ ਨੇ ਉਹ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਜਿਸ ਢੰਗ ਦੇ ਨਾਲ ਉਹਨਾਂ ਦੀ ਵੀਡੀਓ ਬਣਾਈ ਗਈ, ਉਹ ਕਹਿੰਦੇ ਸਕਰੀਨ ਰਿਕਾਰਡਿੰਗ ਸੀ ਇੱਕ ਵੀਡੀਓ ਕਾਲ ਦੀ, ਉਸ ਤੋਂ ਬਾਅਦ ਉਸ ਨੂੰ ਵਾਇਰਲ ਕੀਤਾ ਗਿਆ। ਕਹਿੰਦੇ ਮੈਂ ਆਪਣੀ ਦੂਜੀ ਘਰ ਵਾਲੀ ਨਾਲ ਹੀ ਗੱਲਬਾਤ ਕਰ ਰਿਹਾ ਸੀ ਔਰ ਉਸੇ ਦੇ ਤਰਫੋਂ ਇਹ ਵੀਡੀਓ ਜਿਹੜੀ ਹੈ ਜਨਤਕ ਵੀ ਕੀਤੀ ਗਈ ਹੈ ਔਰ ਇਹ ਵੀਡੀਓ ਬਣਾਈ ਵੀ ਗਈ ਹੈ ਬਿਨਾਂ ਕਿਸੇ ਪਰਮਿਸ਼ਨ। ਹਾਂਜੀ, ਇਸ ਗੱਲ ਦਾ ਜਵਾਬ ਸਰ ਮੈਂ ਦੋ ਭਾਗਾਂ 'ਚ ਦੇਣਾ ਚਾਹਾਂਗਾ ਤੁਹਾਨੂੰ। ਪਹਿਲਾ ਭਾਗ ਤਾਂ ਇਹਦਾ ਇਹ ਬੰਦਾ ਹੈ ਕਿ ਉਹ ਕਹਿੰਦੇ ਨੇ ਜੀ ਮੇਰੀ ਦੂਜੀ ਪਤਨੀ ਵੱਲੋਂ ਜਦੋਂ MLA ਸਾਹਿਬ ਪੰਜਾਬ ਵਿਧਾਨ ਸਭਾ ਦਾ ਇਲੈਕਸ਼ਨ ਲੜਦੇ ਆ ਤੇ ਉਦੋਂ ਜਦੋਂ ਉਹ ਐਫੀਡੇਵਿਟ ਦਿੰਦੇ ਆ, ਸਵੋਰਨ ਐਫੀਡੇਵਿਟ ਜਿਹਨੂੰ ਆਪਾਂ ਬੋਲਦੇ ਆ, ਬਿਆਨ ਹਲਫੀਆ, ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਅਵੇਲੇਬਲ ਹੈ, ਸਾਰੀ ਦੁਨੀਆ ਦੇਖ ਸਕਦੀ ਹੈ। ਉਹਦੇ 'ਚ ਉਹਨਾਂ ਨੇ ਨਾਮ ਲਿਖਿਆ ਪਤਨੀ ਦਾ ਆਪਦਾ ਸਿਮਰਨਜੀਤ ਕੌਰ। ਕਿਤੇ ਵੀ ਇਹ ਮੈਂਸ਼ਨ ਨਹੀਂ ਕੀਤਾ ਕਿ ਇਹ ਮੇਰੀ ਪਤਨੀ ਹੈ। ਜੇ ਉਹਨਾਂ ਨੇ ਮੈਂਸ਼ਨ ਕੀਤਾ ਹੁੰਦਾ ਤੇ ਫਿਰ ਦੂਜੀ ਪਤਨੀ ਅਸੀਂ ਵੀ ਮੰਨ ਲੈਂਦੇ ਕਿ ਹਾਂਜੀ ਦੂਜੀ ਪਤਨੀ ਹੈ ਜੀ। ਇਹਦਾ ਮਤਲਬ ਕਿਤੇ ਤਾਂ ਉਹ ਝੂਠ ਬੋਲ ਰਿਹਾ ਨਾ, ਜਾਂ ਤਾਂ ਉਹ ਮੀਡੀਆ ਦੇ ਵਿੱਚ ਝੂਠ ਬੋਲ ਰਿਹਾ ਤੇ ਜਾਂ ਫਿਰ ਇਲੈਕਸ਼ਨ ਕਮਿਸ਼ਨ ਅੱਗੇ ਝੂਠ ਬੋਲ ਰਿਹਾ, ਉਹ ਉਹਨਾਂ ਨੂੰ ਸਾਹਮਣਾ ਕਰਨਾ ਪਊਗਾ। ਦੂਸਰੀ ਗੱਲ ਜਿਹੜੀ ਹੈ ਕਿ ਉਹ ਕਹਿੰਦੇ ਨੇ ਜੀ ਮੇਰੀ ਪ੍ਰਾਈਵੇਟ ਰਿਕਾਰਡਿੰਗ ਕਰ ਲਿੱਤੀ ਇਹਨਾਂ ਨੇ। ਇਹ MLA ਸਾਹਿਬ ਬੋਲਦੇ ਨੇ ਤੇ ਥਾਣੇਦਾਰ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਲੈਂਦਾ ਹੈ। ਕੋਈ ਇਨਕੁਆਇਰੀ ਕੀਤੀ ਗਈ ਹੈ ਇਸ ਦੇ ਸੰਬੰਧ ਦੇ ਵਿੱਚ? ਸਾਡਾ ਬੜਾ ਸਪਸ਼ਟ ਜਵਾਬ ਹੈ ਕਾਨੂੰਨੀ ਤੌਰ ਦੇ ਉੱਤੇ ਐਜ਼ ਐਨ ਐਡਵੋਕੇਟ ਵੀ ਤੇ ਮੇਰੀ ਕਲਾਇੰਟ ਦੇ ਵੱਲੋਂ ਵੀ ਜੀ, ਜੋ ਉਹਨਾਂ ਨੇ ਮੈਨੂੰ ਦੱਸਿਆ ਕਿ ਨਾ ਤਾਂ ਉਹਨਾਂ ਨੇ ਉਹ ਵੀਡੀਓ ਬਣਾਈ, ਨਾ ਉਹਨਾਂ ਨੇ ਉਹ ਕੈਪਚਰ ਕੀਤੀ, ਨਾ ਹੀ ਪੁਲਿਸ ਦੇ ਕੋਲ ਐਸਾ ਕੋਈ ਵੀ ਸਬੂਤ ਹੈ, ਕੋਈ ਡਿਜੀਟਲ, ਕੋਈ ਉਹਨਾਂ ਦੀ ਫੋਨ ਨੂੰ ਉਹਨਾਂ ਨੇ ਚੈੱਕ ਕੀਤਾ ਹੋਵੇ ਜਾਂ ਫੇਸਬੁੱਕ ਤੋਂ ਚੈੱਕ ਕੀਤਾ ਹੋਵੇ ਕਿ ਵੀ ਇਹਨਾਂ ਨੇ ਉਹ ਵੀਡੀਓ ਲੀਕ ਕੀਤੀ ਹੈ ਜਾਂ ਉਹਨਾਂ ਨੇ ਉਹ ਕੈਪਚਰ ਕੀਤੀ ਹੈ। ਇਹ ਤਾਂ MLA ਸਾਹਿਬ ਆਪਦੇ ਆਪ ਨੂੰ ਬਚਾਉਣ ਵਾਸਤੇ, ਡਿਫੈਂਸ ਜਿਹਨੂੰ ਕਹਿੰਦੇ ਆਪਾਂ ਕਿ ਇੱਕ ਦੋਸ਼ੀ ਜਿਹੜਾ ਹੈਗਾ ਉਹ ਆਪਦੇ ਆਪ ਨੂੰ ਬਚਾਉਣ ਵਾਸਤੇ ਡਿਫੈਂਸ ਲੈਂਦਾ ਹੈ, ਤੇ ਉਹ ਜਿਹੜੀ ਚੀਜ਼ ਆ ਉਹ ਸਾਹਮਣੇ ਆਈ ਹੈ। ਉਹ ਹੁਣ ਝੂਠ ਬੋਲਣ ਨੂੰ ਤਾਂ ਆਪਾਂ ਕਿਸੇ ਨੂੰ ਨਹੀਂ ਰੋਕ ਸਕਦੇ ਨਾ ਸਰ। ਉਹਨਾਂ ਨੇ ਇਹ ਗੱਲ ਕਹੀ ਹੈ ਜੇ ਹਾਂ ਪੁਲਿਸ ਇਨਕੁਆਇਰੀ ਕਰਦੀ ਔਰ ਇਹ ਸਬੂਤ ਲੈ ਕੇ ਆਂਦੀ ਹੈ ਇਸ ਚੀਜ਼ ਦਾ, ਔਰ ਮੈਂ ਮੀਡੀਆ ਨੂੰ ਵੀ ਇਹ ਦਰਖਾਸਤ ਕਰਾਂਗਾ ਕਿ ਤੁਸੀਂ ਥਾਣੇਦਾਰ ਸਾਹਿਬ ਕੋਲੋਂ ਪੁੱਛ ਲਓ ਜੀ ਇਸ ਚੀਜ਼ ਦੇ ਬਾਰੇ ਵੀ ਤੁਸੀਂ ਕੋਈ ਰਿਕਾਰਡ। ਟੀਮ ਆਈ ਵੀ ਸੀ ਗੁਰੀ ਗਰੇਵਾਲ ਦੇ ਘਰੇ, ਉਸ ਸਮਾਂ ਉਹ ਮਿਲੇ ਨਹੀਂ। ਸਰ ਪੁਲਿਸ ਜਦੋਂ ਦਾ ਹਾਈ ਕੋਰਟ ਤੋਂ ਨੋਟਿਸ ਹੋਇਆ ਜੀ ਉਸ ਤੋਂ ਬਾਅਦ ਹੀ ਲਗਾਤਾਰ ਹੀ ਉਹਨਾਂ ਦੇ ਘਰ 'ਚ ਰੇਡਾਂ ਮਾਰ ਰਹੀ ਹੈ ਔਰ ਸਾਡੇ ਕੋਲ ਆਡੀਓ ਰਿਕਾਰਡਿੰਗ ਹੈ ਜਿਹੜੀ ਕਿ ਅਸੀਂ ਜਨਤਕ ਵੀ ਕੀਤੀ ਹੈ। ਉਹ ਆਡੀਓ ਰਿਕਾਰਡਿੰਗ ਅਸੀਂ ਤੁਹਾਨੂੰ ਵੀ ਪ੍ਰੋਵਾਈਡ ਕਰਾ ਦਿਆਂਗੇ। ਇਹ ਉਹਨਾਂ ਕੋਲੋਂ ਪੁੱਛਦੇ ਆ, ਇੱਕ ਹੈੱਡ ਕਾਂਸਟੇਬਲ ਆਉਂਦੀ ਹੈ ਥਾਣੇ ਜੁਲਕਾਂ ਤੋਂ, ਉਹ ਪੁੱਛਦੇ ਆ ਜੀ ਵੀ ਮੇਰੇ ਖਿਲਾਫ ਦਰਖਾਸਤ ਕੀ ਹੈ ਤੇ ਕਿਸ ਬੰਦੇ ਨੇ ਦਰਜ ਕਰਾਈ ਹੈ ਦਰਖਾਸਤ ਮੇਰੇ ਖਿਲਾਫ ਤੇ ਮੈਨੂੰ ਕਿਉਂ ਬੁਲਾਇਆ ਜਾ ਰਿਹਾ ਥਾਣੇ। ਇਹ ਇੱਕ ਬੰਦੇ ਨੂੰ ਜਦੋਂ ਤੁਸੀਂ ਥਾਣੇ ਬੁਲਾਉਂਦੇ ਹੋ ਤੇ ਉਹਦਾ ਹੱਕ ਬਣਦਾ ਹੈ ਪੁੱਛਣਾ। ਉਹ ਜਵਾਬ ਦਿੰਦੇ ਆ ਜੀ ਸਾਨੂੰ ਨਹੀਂ ਪਤਾ ਇਸ ਚੀਜ਼ ਦੇ ਬਾਰੇ, ਸਾਨੂੰ ਤਾਂ ਸਾਡੇ ਵੱਡੇ ਅਫਸਰ ਕਹਿ ਦਿੰਦੇ ਨੇ ਵੀ ਜਾਓ ਤੇ ਉਹਨਾਂ ਨੂੰ ਨੋਟ ਕਰਾ ਕੇ ਆਓ ਕਿ ਤੁਹਾਨੂੰ 19 ਤਰੀਕ ਨੂੰ ਥਾਣੇ ਆਉਣਾ ਪਏਗਾ। ਹੁਣ ਉਸ ਇਲਾਕੇ ਦੇ ਵਿੱਚੋਂ ਉਹਨਾਂ ਨੂੰ ਜਾਣ 'ਚ ਵੈਸੇ ਹੀ ਜਾਣ ਦਾ ਖਤਰਾ ਹੈਗਾ, ਜਿਹਦੇ ਕਰਕੇ ਮਾਨਯੋਗ ਉੱਚ ਅਦਾਲਤ ਨੇ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਈ ਹੋਈ ਹੈ। ਜੀ ਸਾਹਿਬ, ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਇਨਵੈਸਟੀਗੇਸ਼ਨ ਨਹੀਂ ਹੋਈ, ਪੁਲਿਸ ਕਹਿ ਰਹੀ ਹੈ ਕਿ ਇਨਵੈਸਟੀਗੇਸ਼ਨ ਲਈ ਬੁਲਾ ਰਹੇ ਆ ਕਿ ਇੱਕ ਸ਼ਿਕਾਇਤ ਆਈ ਹੈ ਉਸ ਦੇ ਉੱਪਰ ਇਨਵੈਸਟੀਗੇਸ਼ਨ ਕਰਨਾ ਬਣਦਾ ਹੈ ਤੇ ਕਿਉਂ ਇਨਵੈਸਟੀਗੇਸ਼ਨ ਤੁਹਾਡੀ ਕਲਾਇੰਟ ਜੁਆਇਨ ਨਹੀਂ ਕਰ ਰਹੀ? ਬਿਲਕੁਲ ਜੀ, ਬਿਲਕੁਲ ਇਹ ਬਹੁਤ ਜੈਨੂਇਨ ਜੋ ਸਵਾਲ ਹੈ ਜੀ। ਇਹਦੇ ਬਾਰੇ ਅਸੀਂ ਇੱਕ ਦਰਖਾਸਤ ਰਿਟਨ ਰੂਪ ਦੇ ਵਿੱਚ SHO PS ਜ਼ੀਰਕਪੁਰ ਦੇ ਵਿੱਚ ਜਮ੍ਹਾਂ ਕਰਾਈ ਹੈ ਜੀ। ਉਹਦਾ ਬਕਾਇਦਾ ਨੰਬਰ ਵੀ ਲੱਗਿਆ ਹੋਇਆ
ਉਸ ਦਰਖਾਸਤ ਦੇ ਵਿੱਚ ਇਹ ਰਿਕੁਐਸਟ ਕੀਤੀ ਗਈ ਹੈ ਕਿ ਮੇਰੀ ਜਾਨ ਨੂੰ ਪਟਿਆਲੇ ਦੇ ਵਿੱਚ ਖਤਰਾ ਹੈ। ਜੇ ਪੁਲਿਸ ਕੋਈ ਮੇਰੇ ਤੋਂ ਸਵਾਲ ਪੁੱਛਣਾ ਚਾਹੁੰਦੀ ਹੈ, ਕੋਈ ਮੇਰੇ ਕੋਲੋਂ ਡਾਕੂਮੈਂਟ ਲੈਣਾ ਚਾਹੁੰਦੀ ਹੈ ਜਾਂ ਮੇਰੀਆਂ ਮੋਬਾਈਲ ਡਿਵਾਈਸਿਸ ਆਪਦੇ ਕਬਜ਼ੇ 'ਚ ਲੈਣਾ ਚਾਹੁੰਦੇ ਹੈ ਤੇ ਮੈਨੂੰ ਕਾਈਂਡਲੀ ਇੱਥੇ ਹੀ ਉਹ ਲੈ ਲਿੱਤੇ ਜਾਣ ਜ਼ੀਰਕਪੁਰ ਦੇ ਵਿੱਚ। ਇਸ਼ੂ ਸਿਰਫ ਇੰਨਾ ਸੀ ਵੀ ਉਹ ਪਟਿਆਲੇ ਨਹੀਂ ਜਾਣਾ ਚਾਹੁੰਦੇ ਸੀਗੇ। ਇਨਵੈਸਟੀਗੇਸ਼ਨ ਜੁਆਇਨ ਕਰਨਾ ਇਸ਼ੂ ਨਹੀਂ ਸੀਗਾ ਜੀ। ਉਹਨਾਂ ਨੇ ਮੁਹਾਲੀ ਦਾ ਵੀ ਕਿਹਾ ਸੀਗਾ ਕਿ ਮੈਨੂੰ ਮੁਹਾਲੀ ਬੁਲਾ ਲਓ ਜੀ, ਮੈਂ ਉੱਥੇ ਦੇ ਦਿੰਨੀ ਆ, ਪਰ ਉਹ ਅੜੇ ਹੋਏ ਸੀ ਇਸ ਗੱਲ ਤੇ ਕਿ ਨਹੀਂ ਜੀ ਤੁਸੀਂ ਸਨੌਰ ਹਲਕੇ ਦੇ ਵਿੱਚ ਆਓ, ਜਿੱਥੇ ਕਿ ਇਹਨਾਂ ਨੂੰ ਖਤਰਾ ਸੀਗਾ ਉੱਥੇ ਉਹ ਨਹੀਂ ਜਾ ਸਕਦੇ ਸੀ। ਇਸ ਗੱਲ ਦਾ ਜ਼ਿਕਰ ਤੁਸੀਂ ਆਪਣੀ ਪਟੀਸ਼ਨ ਦੇ ਵਿੱਚ ਕੀਤਾ ਕਿਉਂਕਿ ਇਹ ਵੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਤੁਹਾਡੀ ਪਟੀਸ਼ਨ ਦੇ ਵਿੱਚ ਪਹਿਲਾ ਨੋਟਿਸ ਦੇਣ ਦਾ ਵੀ ਜ਼ਿਕਰ ਹੈ ਕਿ ਪਹਿਲਾ ਨੋਟਿਸ ਦਿੱਤਾ ਜਾਏ ਜੇਕਰ ਹੋਰ ਕੋਈ ਮਾਮਲਾ ਵੀ ਦਰਜ ਹੁੰਦਾ। ਬਿਲਕੁਲ ਜੀ, ਬਿਲਕੁਲ, ਕਿਉਂਕਿ ਜਿਸ ਤਰੀਕੇ ਦੀ ਇਹ ਘਟਨਾ ਹੋਈ ਹੈ ਜੀ ਕਿ ਵੀ ਬਿਨਾਂ ਜਾਣਕਾਰੀ ਦਿੱਤੇ ਸਿੱਧਾ ਹੀ ਪਰਚਾ ਦਰਜ ਕਰ ਦਿੱਤਾ ਔਰ ਨਾ ਹੀ ਕੋਈ ਸਬੂਤ ਇਕੱਠੇ ਕੀਤੇ ਗਏ। ਇਸ ਤਰੀਕੇ ਦੇ ਨਾਲ ਐਮਐਲਏ ਸਾਹਿਬ ਆਪਦੇ ਜਿਹੜੇ ਉਹਨਾਂ ਨੇ ਆਪਦੇ ਪਦ ਦੀ ਦੁਰਵਰਤੋਂ ਕੀਤੀ ਹੈ, ਉਸ ਤਰੀਕੇ ਦੀ ਦੁਰਵਰਤੋਂ ਅੱਗੇ ਵੀ ਹੋ ਸਕਦੀ ਹੈ। ਇਸ ਕਰਕੇ ਜਿੰਨੇ ਵੀ ਥਾਣੇ ਉਹਨਾਂ ਦੇ ਹਲਕੇ 'ਚ ਪੈਂਦੇ ਨੇ, ਅਸੀਂ ਸਾਰਿਆਂ ਨੂੰ ਪਾਰਟੀ ਬਣਾਇਆ ਤੇ ਮਾਨਯੋਗ ਅਦਾਲਤ ਤੋਂ ਇਹ ਰਿਕੁਐਸਟ ਕੀਤੀ ਹੈ ਕਿ ਜਦੋਂ ਵੀ ਕੋਈ ਦਰਖਾਸਤ ਆਉਂਦੀ ਹੈ ਤੇ ਉਹਦੇ ਉੱਤੇ ਪਹਿਲਾਂ ਐਡਵਾਂਸ ਨੋਟਿਸ ਪ੍ਰੋਵਾਈਡ ਕਰਾਇਆ ਜਾਏ ਜੀ। ਇਹ ਅਸੀਂ ਉਹਨਾਂ ਨੂੰ ਕਦੋਂ ਸੁਣਵਾਈ ਹੋ ਸਕਦੀ ਹੈ ਇਸ ਪਟੀਸ਼ਨ ਦੀ? ਸਰ ਸੁਣਵਾਈ ਪ੍ਰੋਸੈਸ ਦੇ ਉੱਤੇ ਡਿਪੈਂਡ ਕਰਦਾ ਜੀ। ਅਸੀਂ ਫਾਈਲ ਕਰਤਾ, ਕੇਸ ਸਾਡਾ ਪਾਸ ਹੋ ਗਿਆ। ਸਾਨੂੰ ਉਮੀਦ ਹੈ ਜੀ ਕਿ ਕੱਲ ਜਾਂ ਪਰਸੋਂ ਮਤਲਬ ਬੁੱਧਵਾਰ ਤੱਕ ਹੱਦ ਸਾਡੀ ਸੁਣਵਾਈ ਹੋ ਜਾਏਗੀ। ਤੁਸੀਂ ਸਿਰਫ ਪ੍ਰੇਅਰ ਦੇ ਵਿੱਚ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ ਜਾਂ ਤੁਸੀਂ ਐਂਟੀਸਪੇਟਰੀ ਬੇਲ ਦੀ ਵੀ ਡਿਮਾਂਡ ਕਰ ਰਹੇ ਹੋ? ਸਰ ਅਸੀਂ ਇਹ ਡਿਮਾਂਡ ਕੀਤੀ ਹੈ ਕਿ ਵੀ ਉਹਨਾਂ ਦੇ ਉੱਤੇ ਕੋਈ ਵੀ ਜਿਹੜਾ ਪੁਨਿਸ਼ਮੈਂਟ ਵਾਲਾ ਕੰਮ ਨਾ ਕੀਤਾ ਜਾਵੇ। ਉਹਦੇ ਵਾਸਤੇ ਮਾਨਯੋਗ ਹਾਈ ਕੋਰਟ ਕੋਲ ਬੇਹੱਦ ਪਾਵਰਾਂ ਹੈਗੀਆਂ, ਉਹ ਉਹਨਾਂ ਨੂੰ ਐਕਸਰਸਾਈਜ਼ ਕਰ ਸਕਦੇ ਆ। ਉਹ ਕੁਝ ਕਾਨੂੰਨੀ ਮੁੱਦੇ ਨੇ ਜਿਨ੍ਹਾਂ ਨੂੰ ਮੇਰੇ ਹਿਸਾਬ ਦੇ ਨਾਲ ਜਦੋਂ ਤੱਕ ਕੋਰਟ ਤੋਂ ਕੋਈ ਫੈਸਲਾ ਨਹੀਂ ਆ ਜਾਂਦਾ ਉਸ ਤੋਂ ਪਹਿਲਾਂ ਗੱਲ ਕਰਨਾ ਉਚਿਤ ਨਹੀਂ ਹੋਏਗਾ ਜੀ, ਵਾਜਬ ਨਹੀਂ ਲੱਗਦਾ। ਪਰ ਡਿਮਾਂਡ ਅਸੀਂ ਕੀਤੀ ਹੈ ਜੀ। ਹੁਣ ਤੁਹਾਡੇ ਕਲਾਇੰਟ ਕਿੱਥੇ ਨੇ? ਕਿਆ ਘਰੇ ਹੀ ਆਪਣੇ ਨੇ ਜਾਂ ਉਹ ਅੰਡਰਗਰਾਉਂਡ ਹੋ ਗਏ? ਸਰ ਫਿਲਹਾਲ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਵਾਰ-ਵਾਰ ਰੇਡਾਂ ਪੈ ਰਹੀਆਂ ਹੈ, ਉਹਨਾਂ ਦੀ ਇੱਕ ਯੰਗ ਡਾਟਰ ਹੈ ਜਿਹੜੀ ਕਿ ਅੱਗੋਂ ਪੜ੍ਹਾਈ ਕਰ ਰਹੀ ਹੈ ਜੀ ਇੰਜੀਨੀਅਰਿੰਗ ਦੀ, ਤੇ ਉਹਦੇ ਵਾਸਤੇ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਸੀ। ਇਸ ਕਰਕੇ ਉਹ ਇਸ ਟਾਈਮ ਆਪਦੇ ਘਰ 'ਚ ਨਹੀਂ ਹੈਗੇ ਹੈ ਤੇ ਅੰਡਰਗਰਾਉਂਡ ਹੈ ਜੀ। ਤੇ ਜਦੋਂ ਕੋਈ ਉਹਨਾਂ ਨੂੰ ਮਾਨਯੋਗ ਕੋਰਟ ਤੋਂ ਕੋਈ ਰਿਲੀਫ ਜਦੋਂ ਜੇ ਮਿਲਦਾ ਹੈ ਤੇ ਫਿਰ ਉਸ ਹਿਸਾਬ ਦੇ ਨਾਲ ਅੱਗੇ ਕਾਰਵਾਈ ਕਰਨਗੇ ਤੇ ਫਿਰ ਪਬਲਿਕ ਦੇ ਵਿੱਚ ਵੀ ਆਣਗੇ। ਉਹਨਾਂ ਦੀ ਬੇਟੀ ਦਾ ਵੀ ਜ਼ਿਕਰ ਹੋਇਆ, ਕੁਝ ਇਸ ਤਰ੍ਹਾਂ ਦੀ ਵੀ ਗੱਲਾਂ ਹੋਈਆਂ ਕਿਉਂਕਿ ਮੈਂ ਜਿਸ ਦਿਨ ਐਫਆਈਆਰ ਦਰਜ ਹੋਈ ਸੀ ਉਸ ਦਿਨ ਗੁਰੀ ਗਰੇਵਾਲ ਦਾ ਇੰਟਰਵਿਊ ਵੀ ਕੀਤਾ ਸੀ। ਉਹ ਕਹਿੰਦੇ ਮੇਰੀ ਬੇਟੀ ਦੇ ਮੋਬਾਈਲ ਨੰਬਰ ਦਾ ਜ਼ਿਕਰ ਹੋਇਆ ਹੈ ਔਰ ਕਹਿੰਦੇ ਮੈਨੂੰ ਐਫਆਈਆਰ ਦੀ ਕਾਪੀ ਵੀ ਬਕਾਇਦਾ WhatsApp ਤੇ ਭੇਜੀ ਗਈ ਹੈ, ਮੇਰੀ ਬੇਟੀ ਨੂੰ WhatsApp ਤੇ ਭੇਜੀ ਗਈ ਹੈ। ਕੀ ਪੂਰਾ ਮਾਮਲਾ? ਹਾਂਜੀ ਸਰ, ਐਫਆਈਆਰ ਤਾਂ ਉਹਨਾਂ ਨੇ ਭੇਜੀ ਨਹੀਂ, ਇਹ ਤਾਂ ਉਹਨਾਂ ਨੇ ਇੱਕ ਰੁਕਾ ਜਿਹੜਾ ਸੀਗਾ ਉਹ ਇਹਨਾਂ ਦੀ ਡਾਟਰ ਦੇ WhatsApp ਤੇ ਭੇਜਿਆ। ਹੁਣ ਡਾਟਰ ਨਾ ਤਾਂ ਕਿਸੇ ਕੇਸ ਦੇ ਵਿੱਚ ਇਨਵੋਲਵ ਹੈ ਨਾ ਇਸ ਕੇਸ 'ਚ ਪਾਰਟੀ ਹੈ, ਲੇਕਿਨ ਬੜੀ ਅਨਫੋਰਚੂਨੇਟ ਗੱਲ ਸੀਗੀ ਕਿ ਪੁਲਿਸ ਮੁਲਾਜ਼ਮਾਂ ਨੇ ਉਹ ਜਿਹੜਾ ਰੁਕਾ ਸੀਗਾ ਉਹ ਰੁਕਾ ਜਿਹੜਾ ਹੈਗਾ ਉਹ ਇਹਨਾਂ ਦੀ ਡਾਟਰ ਜਿਹੜੀ ਕਿ ਸਟੂਡੈਂਟ ਹੈ ਉਹਦੇ ਮੋਬਾਈਲ ਤੇ ਭੇਜਿਆ ਤੇ ਉਹਨਾਂ ਹੀ ਮੋਬਾਈਲ ਨੰਬਰ ਜਿਹੜਾ ਫਿਰ ਅਸੀਂ ਉਸ ਰੁਕੇ ਤੋਂ ਅਸੀਂ ਆਨਲਾਈਨ ਐਫਆਈਆਰ ਦੀ ਕਾਪੀ ਕਢਾਈ। ਜਦੋਂ ਅਸੀਂ ਆਨਲਾਈਨ ਐਫਆਈਆਰ ਦੀ ਕਾਪੀ ਕਢਾਈ ਸਾਨੂੰ ਦੇਖ ਕੇ ਬੜਾ ਆਸ਼ਚਰਜ ਹੋਇਆ ਕਿ ਉਹਦੇ ਵਿੱਚ ਇਹਨਾਂ ਦੀ ਬੇਟੀ ਦਾ ਮੋਬਾਈਲ ਨੰਬਰ ਦਿੱਤਾ ਹੋਇਆ ਸੀਗਾ। ਮਤਲਬ ਕਿਤੇ ਨਾ ਕਿਤੇ ਇਹਨਾਂ ਦੀ ਬੇਟੀ ਨੂੰ ਵੀ ਅਪਰਾਧੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਅਸੀਂ ਮੁੱਦਾ ਵੀ ਜ਼ਰੂਰ ਮਾਨਯੋਗ ਹਾਈ ਕੋਰਟ ਦੇ ਅੱਗੇ ਚੱਕਾਂਗੇ। ਅਸੀਂ ਪੁਆਇੰਟ ਆਪਦਾ ਆਲਰੇਡੀ ਰੇਜ਼ ਕਰ ਚੁੱਕੇ ਹਾਂ ਜੀ। ਇਹ ਬਹੁਤ ਗਲਤ ਗੱਲ ਹੈ ਕਿਸੇ ਦੇ ਬੱਚੇ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨਾ। ਬਿਲਕੁਲ, ਦੇਖੋ ਵੱਡਾ ਮਸਲਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਐਮਐਲਏ ਦੀ ਦੂਜੀ ਪਤਨੀ ਦਾ, ਕਿਉਂਕਿ ਸਿੱਧੇ ਤੌਰ ਤੇ ਪਹਿਲਾਂ ਜਿੱਥੇ ਦੂਜੀ ਪਤਨੀ ਦੀ ਤਰਫੋਂ ਕੋਰਟ ਦੇ ਵਿੱਚ ਰੇਪ ਦੀ ਸ਼ਿਕਾਇਤ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਹੁਣ ਸਿੱਧੇ ਤੌਰ ਤੇ ਉਸ ਦੇ ਖਿਲਾਫ ਜਿਹੜੀ ਐਫਆਈਆਰ ਹੋਈ ਹੈ ਉਸ ਨੂੰ ਚੁਣੌਤੀ ਦਿੱਤੀ ਗਈ ਹੈ ਕੋਰਟ ਦੇ ਵਿੱਚ। ਵੇਖਣ ਵਾਲੀ ਗੱਲ ਰਹੇਗੀ ਕੱਲ੍ਹ ਜਾਂ ਪਰਸੋਂ ਇਸ ਐਫਆਈਆਰ ਦੇ ਉੱਪਰ ਜਦੋਂ ਸੁਣਵਾਈ ਹੁੰਦੀ ਹੈ, ਇਸ ਪਟੀਸ਼ਨ ਦੇ ਉੱਪਰ ਜਦੋਂ ਸੁਣਵਾਈ ਹੁੰਦੀ ਹੈ ਤਾਂ ਕਿਸ ਤਰ੍ਹਾਂ ਦੇ ਤਰਕ ਪੁਲਿਸ ਕੋਰਟ ਦੇ ਸਾਹਮਣੇ ਰੱਖਦੀ ਹੈ ਔਰ ਉਨ ਤਰਕਾਂ ਦਾ ਜਵਾਬ ਗੁਰੀ ਗਰੇਵਾਲ ਦੇ ਵਕੀਲ ਜਿਹੜੇ ਨੇ ਉਹ ਕਿਸ ਲਹਿਜ਼ੇ ਦੇ ਵਿੱਚ ਦਿੰਦੇ ਹੋਏ ਨਜ਼ਰ ਆਉਣਗੇ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।